ਵਾਹਿਗੁਰੂ 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 ਵਾਹਿਗੁਰੂ। ਮਨ ਮਾਇਆ ਮੈਂ ਫਦ ਰਹਿਓ, ਵਿਸਰਿਓ ਗੋਵਿੰਦ ਨਾਮ। ਕਹੋ ਨਾਨਕ ਵਿਨ ਹਰ ਭਜਨ, ਜੀਵਨ ਕੌਨੇ ਕਾਮ। ਪ੍ਰਾਨੀ ਰਾਮ ਨਾ ਚੇਤਈ, ਮਦ ਮਾਇਆ ਕੈ ਅੰਧ। ਕਹੋ ਨਾਨਕ ਹਰ ਭਜਨ ਵਿਣ, ਭਰਤ ਤਾਹੇ ਜਮ ਫੰਦ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਏ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਗੁਰ ਸਤਸੰਗੀ ਜਨੋ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਰਲ ਮਿਲ ਕਰਕੇ ਐਤਕੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਖਾਸ ਕਰ ਸਲੋਕਾਂ ਦੇ ਵਿੱਚੋਂ ਅੱਜ ਅਸੀਂ ਰਲ ਮਿਲ ਕਰਕੇ 30, 31 ਅਤੇ 32 ਨੰਬਰ ਸਲੋਕ ਜਿਹੜਾ ਸਰਵਣ ਕੀਤਾ ਹੈ। ਆਓ ਕੁਝ ਸਮਾਂ ਅਸੀਂ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਵਿਚਾਰ ਕੇ ਆਪਣੀ ਜੀਵਨ ਦੇ ਲਾਹੇ ਪ੍ਰਾਪਤ ਕਰਨ ਦੀ ਖੇਚਲ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਤਿੰਨਾਂ ਸਲੋਕਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਅੱਜ ਕਰਦੇ ਨੇ, ਸਭ ਤੋਂ ਮੇਨ ਜਿਹੜੇ ਸ਼ਬਦ ਨੇ, ਪੁਆਇੰਟ ਜਿਹੜਾ ਆਪਾਂ ਸ਼ਬਦ ਆਖ ਦਿੰਦੇ ਹਾਂ, ਪੁਆਇੰਟ ਆਫ ਵਿਊ ਹੈ ਜਿਹੜਾ, ਉਹ ਇਹ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੱਜ ਇਹਨਾਂ 2 ਸਲੋਕਾਂ ਵਿੱਚ ਮਾਇਆ ਦੀ ਗੱਲ ਕੀਤੀ ਤੇ ਤੀਸਰੇ ਸਲੋਕ ਵਿੱਚ ਜਾ ਕੇ ਸੁਖ ਦੀ ਗੱਲ ਕੀਤੀ। ਹਾਲਾਂ ਵਿਸ਼ਾ 2 ਸਲੋਕਾਂ ਦਾ ਇੱਕ ਹੈ, ਪਰ ਮੈਂ ਦੋਨਾਂ ਸਲੋਕਾਂ ਤੋਂ ਬਾਅਦ ਤੀਜਾ ਸਲੋਕ ਵੀ ਨਾਲ ਲੈ ਲਿਆ ਹੈ, ਕਿਉਂਕਿ ਜਦੋਂ ਤੀਜੇ ਸਲੋਕ ਨੂੰ ਅਸੀਂ ਨਾਲ, ਭਾਵ 32 ਨੰਬਰ ਸਲੋਕ ਨੂੰ ਅਸੀਂ ਨਾਲ ਪੜ੍ਹਾਂਗੇ ਤੇ ਇਹਨਾਂ 2 ਸਲੋਕਾਂ ਦੀ ਕਥਾ ਆਪਣੇ ਆਪ ਹੀ ਹੋ ਜਾਣੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ, ਇਨਸਾਨ ਦਾ ਮਨ ਜਿਸ ਨੂੰ ਭਗਵਾਨ ਭਾਵ ਪਰਮਾਤਮਾ ਦੇ ਵਿੱਚ ਜੁੜਨਾ ਚਾਹੀਦਾ ਸੀ, ਉਧਰ ਨੂੰ ਇਹਦੀ ਵਿਰਤੀ ਲੱਗਣੀ ਚਾਹੀਦੀ ਸੀ, ਪਰ ਇਸ ਇਨਸਾਨ ਦਾ ਮਨ ਕੇਵਲ ਦਿੱਤੀਆਂ ਹੋਈਆਂ ਦਾਤਾਂ ਉਹਦੇ ਵਿੱਚ ਉਲਝ ਕੇ ਉਸ ਦਿੱਤੇ ਹੋਏ ਪਰਮਾਤਮਾ ਨੂੰ ਭੁੱਲ ਗਿਆ, ਉਹਨੂੰ ਚੇਤੇ ਨਾ ਕੀਤਾ, ਉਹਨੂੰ ਵਿਸਾਰ ਦਿੱਤਾ। 29 ਨੰਬਰ ਸਲੋਕ ਵਿੱਚ ਵਾਹਿਗੁਰੂ 30 ਨੰਬਰ ਸਲੋਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਨਾ ਜੇ ਉਸ ਪਰਮਾਤਮਾ ਨੂੰ ਤੂੰ ਭੁਲਾ ਦਿੱਤਾ, ਉਹਨੂੰ ਵਿਸਾਰ ਦਿੱਤਾ, ਤੇ ਇੱਕ ਗੱਲ ਹਮੇਸ਼ਾ ਚੇਤੇ ਰੱਖੀ, ਉਹਨੂੰ ਭੁਲਾ ਕੇ ਤੇਰਾ ਜੀਵਨ ਕਿਸੇ ਕੰਮ ਦਾ ਨਹੀਂ। ਇਹ ਭਾਵ ਹੈ 30 ਨੰਬਰ ਸਲੋਕ ਦਾ। 31 ਨੰਬਰ ਸਲੋਕ ਵਿੱਚ ਮਹਾਰਾਜ ਕਹਿੰਦੇ ਨੇ, ਜੇ ਤੂੰ ਬੰਦਿਆ ਪਰਮਾਤਮਾ ਦੇ ਨਾਮ ਨੂੰ ਧਿਆਏਂਗਾ ਨਾ, ਸਦਾ ਆਪਣੀ ਸੁਰਤੀ ਮਾਇਆ ਦੇ ਵਿੱਚ, ਦੁਨੀਆ ਦੇ ਇਹ ਦਿੱਤੀ ਹੋਈ ਦਾਤ ਵਿੱਚ ਫਸਾ ਕੇ ਰਹਿ ਜਾਏਗਾ। ਚੇਤੇ ਰੱਖੀ, ਤੇਰੇ ਫਿਰ ਗਲਾਂ ਵਿੱਚ ਸਦਾ ਲਈ ਫਾਹੀਆਂ ਪਈਆਂ ਰਹਿਣਗੀਆਂ। 32 ਨੰਬਰ ਸਲੋਕ ਵਿੱਚ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੂੰ ਆਪਣੇ ਸਾਥੀ ਮੰਗਦਾ ਹੈ, ਮੰਨਦਾ ਹੈ, ਤੇ ਗੱਲ ਚੇਤੇ ਰੱਖੀਏ ਇਹ ਸੁੱਖਾਂ ਦੇ ਸਾਥੀ ਹੈ, ਇਹਨਾਂ ਵਿੱਚ ਦੁੱਖ ਵੇਲੇ ਕੋਈ ਵੀ ਸਾਥੀ ਨਹੀਂ ਮਿਲਦਾ। ਤੇ ਆਖੀਰ ਵਿੱਚ ਮਹਾਰਾਜ ਜਾ ਕੇ 32 ਨੰਬਰ ਸਲੋਕ ਦੀ ਦੂਸਰੇ ਸ਼ਬਦ ਵਿੱਚ ਆਖਦੇ ਨੇ, ਮਹਾਰਾਜ ਕਹਿੰਦੇ ਨੇ, ਬੰਦਿਆ ਇੱਕ ਮੈਂ ਤੈਨੂੰ ਮਿੱਤਰ ਐਸਾ ਦੱਸਦਾ ਹੈ, ਜੇ ਤੂੰ ਉਸ ਪਰਮਾਤਮਾ ਨੂੰ ਮਿੱਤਰ ਆਪਣਾ ਮੰਨ ਲਵੇਂ, ਚੇਤੇ ਰੱਖੀ ਉਹਨੇ ਤੇਰਾ ਕਦੇ ਵੀ ਸਾਥ ਨਹੀਂ ਛੱਡਣਾ।
ਇਸ ਸ਼ਲੋਕਾਂ ਦਾ ਸੰਖੇਪ ਜਾਂ ਭਾਵ। ਹੁਣ ਆਓ ਆਪਾਂ ਅਖਰੀ ਅਰਥ ਤੇ ਸੰਖੇਪ ਦੀ ਵਿਚਾਰ ਕਰ ਲਈਏ। ਸਭ ਤੋਂ ਪਹਿਲਾਂ ਮਹਾਰਾਜ ਸ਼ਬਦ ਕਹਿੰਦੇ ਨੇ, ਮਨ ਮਾਇਆ ਮੈਂ ਫਾਦ ਰਹਿਓ। ਇਨਸਾਨ ਦਾ ਮਨ ਮਾਇਆ ਦੇ ਵਿੱਚ ਖਚਤ ਰਿਹਾ। ਸਭ ਤੋਂ ਪਹਿਲਾਂ ਮੈਂ ਫਿਰ ਆਪਾਂ ਪਿਛਲੇ ਸ਼ਲੋਕਾਂ ਵਿੱਚ ਵਿਚਾਰਿਆ ਕਿ ਮਾਇਆ ਕੀ ਹੈ, ਪਰ ਗੁਰੂ ਅਮਰਦਾਸ ਮਹਾਰਾਜ ਇਸ ਸ਼ਬਦ ਨੂੰ ਬੜਾ ਖੋਲ ਕੇ ਕਹਿੰਦੇ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਅਸਲ ਵਿੱਚ ਦੁਨਿਆਵੀ ਡਾਲਰ, ਪੈਸਾ, ਰੁਪਈਆ ਇਹ ਮਾਇਆ ਨਹੀਂ। ਠੀਕ ਹੈ, ਸਾਡੀ ਜੀਵਨ ਰੁਜ਼ਗਾਰ ਹੈ, ਪਰ ਇਹ ਗੱਲ ਚੇਤੇ ਰੱਖੀ, ਅਸਲ ਵਿੱਚ ਮਾਇਆ ਉਹ ਹੁੰਦੀ ਹੈ ਜਿਹੜੀ ਆਪਣੇ ਜਾਲ ਵਿੱਚ ਉਲਝਾ ਕੇ ਤੈਨੂੰ ਪਰਮਾਤਮਾ ਭੁਲਾ ਦੇਵੇ। ਅਸਲ ਵਿੱਚ ਉਹ ਹਰ ਇੱਕ ਚੀਜ਼ ਨੂੰ ਮਾਇਆ ਕਿਹਾ ਬਾਣੀ ਨੇ, ਜਿਹੜੀ ਤੈਨੂੰ ਪਰਮਾਤਮਾ ਭੁਲਾ ਦਿੰਦੀ ਹੈ। ਪਾਤਸ਼ਾਹ ਦੀ ਬਾਣੀ ਨੇ ਕਿਹਾ, ਇਹ ਮਾਇਆ ਜਿਤ ਹਰ ਉਪਜੈ ਭਾਉ, ਜਿਤ ਹਰ ਵਿਸਰੈ ਭਾਉ ਉਪਜੈ ਦੂਜਾ ਲਾਇਆ। ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ 'ਚ, ਸੌਰੀ ਮੈਨੂੰ ਬੇਨਤੀ ਮੈਂ ਭੁੱਲ ਗਿਆ, ਪਾਤਸ਼ਾਹ ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਿ ਅਸਲ ਵਿੱਚ ਇਹ ਮਾਇਆ ਉਹ ਹੈ ਕਿ ਜਿਹੜੀ ਨੇ ਤੈਨੂੰ ਪਰਮਾਤਮਾ ਭੁਲਾ ਦਿੱਤਾ। ਉਹ ਤੇਰਾ ਪੁੱਤਰ ਵੀ ਹੋ ਸਕਦਾ ਹੈ, ਤੇਰੀ ਧੀ ਵੀ ਹੋ ਸਕਦੀ, ਤੇਰੀ ਘਰ ਵਾਲੀ, ਤੇਰਾ ਪਰਿਵਾਰ, ਤੇਰਾ ਸੰਸਾਰ, ਤੇਰੇ ਮਿੱਤਰ, ਤੇਰੇ ਦੋਸਤ ਵੀ ਹੋ ਸਕਦੇ ਹੈ। ਉਹ ਤੇਰੀ ਗੱਡੀ, ਮੋਟਰ, ਕਾਰ, ਉਹ ਤੇਰੀ ਕੋਠੀ, ਉਹ ਤੇਰਾ ਘਰ, ਉਹ ਤੇਰਾ ਸੰਸਾਰ ਹੋ ਸਕਦਾ ਹੈ, ਜਿਨ੍ਹਾਂ ਨੇ ਤੈਨੂੰ ਪਰਮਾਤਮਾ ਭੁਲਾ ਦਿੱਤਾ। ਉਹਨਾਂ ਨੇ ਚੇਤੇ ਹੀ ਨਹੀਂ ਆਉਣ ਦਿੱਤਾ, ਇੰਨਾ ਕੁ ਆਪਣੇ ਜਾਲ ਵਿੱਚ ਉਲਝਾਇਆ। ਹਾਲਾਂ ਮੈਂ ਉਸ ਦਿਨ ਵੀ ਕਿਹਾ ਸੀ ਕਿ ਪਰਮਾਤਮਾ ਜਦੋਂ ਆ ਗਿਆ ਤੇ ਉਦੋਂ ਪਰਮਾਤਮਾ ਦੇ ਨਾਲ ਸਭ ਕੁਝ ਆਉਂਦਾ ਹੈ। ਪਰਮਾਤਮਾ ਆ ਗਿਆ ਤੇ ਸਭ ਕੁਝ ਨੇ ਆ ਜਾਣਾ ਹੈ। ਮੈਂ ਇੱਕ ਉਦਾਹਰਨ ਸੌਖੀ ਜੀ ਹੋਰ ਦੇ ਦਿਆਂ। ਇੱਕ ਰਾਜਾ ਚੱਲਿਆ ਵਿਦੇਸ਼, ਤੇ ਉਹਦੇ ਘਰ ਵਿੱਚ 7 ਰਾਣੀਆਂ ਸਨ। ਰਾਜਿਆਂ ਦੇ ਵਿਆਹ ਜ਼ਿਆਦਾ ਹੋਇਆ ਕਰਦੇ ਸਨ। 7 ਰਾਣੀਆਂ, ਤੇ 7 ਰਾਣੀਆਂ ਨੂੰ ਉਸ ਰਾਜੀ ਨੇ ਕਿਹਾ, ਕਹਿਣ ਲੱਗਾ, ਮੈਂ ਚੱਲਿਆ ਵਿਦੇਸ਼ ਨੂੰ, ਉੱਥੇ ਬੜਾ ਕੁਝ ਜਿਹੜਾ ਸਮਾਨ ਸਾਨੂੰ ਮਿਲੇਗਾ, ਪਹਿਨਣ ਵਾਸਤੇ ਕੱਪੜੇ ਮਿਲਣਗੇ, ਹੋਰ ਬੜਾ ਸਮਾਨ ਹੋਏਗਾ, ਤੁਸੀਂ ਚਿੱਠੀ ਵਿੱਚ ਲਿਖ ਕੇ ਮੈਨੂੰ ਫੜਾ ਦਿਓ ਤੇ ਮੈਂ ਆਉਂਦਾ ਹੋਇਆ ਉਹ ਸਮਾਨ ਲੈ ਆਵਾਂਗਾ, ਜੋ ਕੁਝ ਤੁਹਾਨੂੰ ਰਾਣੀਆਂ ਨੂੰ ਚਾਹੀਦਾ ਹੈ। 6 ਰਾਣੀਆਂ ਅਨਭੋਲ ਸਨ। ਇੱਕ ਬੜੀ ਸਿਆਣੀ ਰਾਣੀ, 7ਵੀਂ ਜਿਹੜੀ ਛੋਟੀ ਸੀ, ਉਹ ਬੜੀ ਸਿਆਣੀ, ਉਹਨੇ ਆਪਣੇ ਪਤੀ ਨੂੰ, ਰਾਜੇ ਨੂੰ ਕਿਹਾ, ਚਿੱਠੀ ਲਿਖ ਕੇ ਫੜਾਈ। ਬਾਕੀ 6 ਨੇ ਵੀ ਕੁਝ, ਕਿਸੇ ਨੇ ਲਿਖਿਆ ਮੈਨੂੰ ਆਹ ਸੂਟ ਲਿਆ ਦਿਓ, ਕਿਸੇ ਨੇ ਕਿਹਾ ਮੈਨੂੰ ਕੱਪੜੇ ਲਿਆ ਦਿਓ, ਕਿਸੇ ਨੇ ਕਿਹਾ ਖਾਣ ਨੂੰ ਲਿਆ ਦਿਓ। ਚਿੱਠੀਆਂ ਵਿੱਚ ਲਿਖ ਕੇ ਫੜਾਇਆ। ਵਜ਼ੀਰ ਵੀ ਨਾਲ ਗਿਆ, ਵਿਦੇਸ਼ ਗਏ। ਉੱਥੇ ਜਾ ਕੇ ਉਹਨਾਂ ਨੇ ਜੋ ਕੰਮ ਧੰਦਾ ਸੀ ਕੀਤਾ। ਹਾਨੀ ਸਰ ਵਜ਼ੀਰ ਨੂੰ ਰਾਜਾ ਕਹਿੰਦਾ, ਚਿੱਠੀਆਂ ਖੋਲ੍ਹ ਕੇ ਦਿਖਾ, ਇਹਦੇ ਵਿੱਚ ਪੜ੍ਹ ਕੀ ਕੁਝ ਲਿਖਿਆ, ਆਪਾਂ ਸਮਾਨ ਖਰੀਦੀਏ ਤੇ ਆਪਾਂ ਵਾਪਸ ਆਪਣੇ ਵਤਨ ਪਰਤਣਾ ਹੈ। ਪਹਿਲੀ ਚਿੱਠੀ ਖੋਲ੍ਹਦਾ, ਜੋ ਕੁਝ ਲਿਖਿਆ ਸੀ, ਕੱਪੜੇ ਸਨ, ਲੀੜੇ ਸਨ, ਜੋ ਲਿਖਿਆ ਸੀ ਉਹ ਖਰੀਦ ਲਿਆ ਗਿਆ। ਦੂਸਰੀ ਚਿੱਠੀ ਵਿੱਚ ਖੋਲ੍ਹਿਆ, ਜੋ ਉਹ ਕੱਪੜੇ ਲੀੜੇ ਜੋ ਲਿਖਿਆ ਖਰੀਦਿਆ। 7ਵੀਂ ਤੱਕ, 6ਵੀਂ ਤੱਕ ਖੋਲ੍ਹੀ ਚਿੱਠੀ, ਜੋ ਖਰੀਦਿਆ, ਜੋ ਲਿਖਿਆ ਉਹ ਖਰੀਦ ਲਿਆ। 7ਵੀਂ ਚਿੱਠੀ ਖੋਲ੍ਹਦੇ ਨੇ। 7ਵੀਂ ਚਿੱਠੀ ਨੂੰ ਖੋਲ੍ਹ ਕੇ ਤੇ ਫਕੀਰ, ਵਾਹਿਗੁਰੂ, ਜਿਹੜਾ ਵਜ਼ੀਰ ਸੀ, ਥੋੜ੍ਹਾ ਫਿਕਰਮੰਦ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ ਮੂੰਹ। ਤੇ ਰਾਜਾ ਕਹਿਣ ਲੱਗਾ, ਵਜ਼ੀਰਾ, 7ਵੀਂ ਚਿੱਠੀ ਪੜ੍ਹ ਕੇ ਤੂੰ ਚੁੱਪ ਕਿਉਂ ਹੋ ਗਿਆ? ਦੱਸ ਤੇ ਸਹੀ ਕੀ ਲਿਖਿਆ ਹੈ? ਹਾਨੀ ਸਰ ਵਜ਼ੀਰ ਕਹਿਣ ਲੱਗਾ, ਰਾਜਾ ਜੀ, ਆਪਾਂ 6 ਚਿੱਠੀਆਂ ਵਿੱਚ ਸੌਖਾ ਲਿਖਿਆ ਸੀ, ਬੋਲ ਕੇ ਸੁਣਾਇਆ, ਤੁਸੀਂ ਖਰੀਦ ਲਿਆ, ਪਰ ਮੈਂ ਹੁਣ ਕਿਵੇਂ ਬੋਲ ਕੇ ਸੁਣਾਵਾਂ? ਜੋ ਮੈਨੂੰ ਸਮਝ ਨਹੀਂ ਆ ਰਿਹਾ, ਤੁਹਾਨੂੰ ਕਿਵੇਂ ਸਮਝ ਆਏਗਾ? ਤੁਸੀਂ ਕਿਵੇਂ ਇਸ ਗੱਲ ਨੂੰ ਸਮਝ ਲਓਗੇ ਕਿ ਇਹਨੂੰ ਚਾਹੀਦਾ ਕੀ ਹੈ? ਹਾਨੀ ਸਰ ਰਾਜਾ ਕਹਿੰਦਾ, ਲਿਖਿਆ ਕੀ ਹੈ? ਉਸ ਰਾਣੀ ਨੇ ਲਾਲ ਅੱਖਰਾਂ ਵਿੱਚ, ਲਾਲ ਸਿਆਹੀ ਦੇ ਵਿੱਚ ਲਿਖਿਆ ਸੀ, ਸ਼ਾਹ। ਹੁਣ ਸ਼ਾਹ ਸ਼ਬਦ ਸੁਣ ਕੇ ਰਾਜਾ ਬੜਾ ਮਾਯੂਸ ਹੋਇਆ। ਆਸੇ-ਪਾਸੇ ਪਤਾ ਕੀਤਾ ਕਿ ਸ਼ਾਹ ਨਾਂ ਦੀ ਚੀਜ਼, ਕਿਤੋਂ ਸ਼ਾਹ ਨਾਂ ਦੀ ਕੋਈ ਚੀਜ਼ ਨਾ ਮਿਲੇ। ਹਾਨੀ ਸਰ ਵਜ਼ੀਰ ਨੂੰ ਕਹਿੰਦਾ, ਦੀ ਪੜਤਾਲ ਕਰ। ਬੜੇ ਸਿਆਣੇ ਸੂਝਵਾਨ ਇਨਸਾਨ ਕਿਸੇ ਕੋਈ ਮਿਲ ਗਿਆ, ਤੇ ਉਹ ਸੂਝਵਾਨ ਇਨਸਾਨ ਕਹਿਣ ਲੱਗਾ, ਰਾਜਿਆ, ਬਾਕੀ ਦੀਆਂ ਰਾਣੀਆਂ ਨੂੰ ਚਾਹੀਦਾ ਸੀ ਸੌਦਾ, ਬਾਕੀ ਦੀਆਂ ਰਾਣੀਆਂ ਨੂੰ ਚਾਹੀਦਾ ਸੀ ਕੱਪੜੇ ਲੀੜੇ, ਜੋ ਪਹਿਨਣ ਨੂੰ ਚਾਹੀਦਾ ਸੀ ਉਹਨਾਂ ਨੇ ਮੰਗਾ ਲਿਆ, ਪਰ 7ਵੀਂ ਰਾਣੀ ਨੂੰ ਤੂੰ ਚਾਹੀਦਾ ਹੈ। ਉਹਨੇ ਤੈਨੂੰ ਮਿਲਣ ਦੀ ਲਾਲਸ਼ਾ, ਲਾਲਸ਼ਾ ਦਾ ਅਰਥ ਹੈ ਤੈਨੂੰ ਮਿਲਣਾ ਹੈ, ਉਹਨੂੰ ਤੂੰ ਚਾਹੀਦਾ ਹੈ। ਲਾਲ ਅੱਖਰਾਂ ਵਿੱਚ ਲਿਖਿਆ ਦਾ ਅਰਥ ਹੈ ਲਾਲ, ਤੇ ਸ਼ਾਹ ਦਾ ਅਰਥ ਹੈ ਤੈਨੂੰ ਮਿਲਣ ਦੀ ਤਾਂਘ ਉਹਦੇ ਅੰਦਰ ਹੈ। ਤੇ ਰਾਜਾ ਆਇਆ, 6 ਕੋਲ ਵਸਤੂਆਂ ਭੇਜ ਦਿੱਤੀਆਂ, 7ਵੀਂ ਕੋਲ ਆਪ ਗਿਆ। ਬਾਕੀ ਦੀਆਂ ਰਾਣੀਆਂ ਨੇ ਗਿਲਾ ਕੀਤਾ, ਕਹਿਣ ਲੱਗੀਆਂ, ਸਾਡੇ ਕੋਲ ਨਹੀਂ ਆਇਆ,
ਵੱਡੀਆਂ ਅਸੀਆਂ ਪਹਿਲਾਂ ਪਹਿਲੀ ਕੋਲ, ਫਿਰ ਦੂਜੀ, ਫਿਰ ਤੀਜੀ, ਇਸ ਤਰ੍ਹਾਂ ਜਾਣਾ ਚਾਹੀਦਾ ਸੀ। ਰਾਜਾ ਕਹਿਣ ਲੱਗਾ ਜਾਵਾਂ ਤੇ ਤੁਹਾਡੇ ਕੋਲ ਤਾਂ ਜੇ ਤੁਸੀਂ ਮੈਨੂੰ ਮੰਗਿਆ ਹੋਵੇ। ਤੁਸੀਂ ਤੇ ਮੈਨੂੰ ਮੰਗਿਆ ਹੀ ਨਹੀਂ। ਤੁਸੀਂ ਤੇ ਮੰਗਦੀਆਂ ਤੇ ਵਸਤੂਆਂ, ਤੁਸੀਂ ਤੇ ਮੰਗਿਆ ਪਦਾਰਥ, ਤੁਹਾਨੂੰ ਪਹੁੰਚ ਗਿਆ। ਜਿਨ੍ਹਾਂ ਨੇ ਮੈਨੂੰ ਮੰਗਿਆ ਮੈਂ ਉਹਦੇ ਕੋਲ, ਹਾਲਾਂ ਜਿਹਦੇ ਕੋਲ ਰਾਜਾ ਚਲਾ ਗਿਆ ਉਹਦੇ ਕੋਲ ਸਭ ਕੁਝ ਆ ਗਿਆ। ਇਸ ਤਰ੍ਹਾਂ ਭਾਈ ਜਿਹਨੇ ਨਿਰੰਕਾਰ ਨੂੰ ਮੰਗ ਲਿਆ, ਜਿਹਨੇ ਪਰਮਾਤਮਾ ਨੂੰ ਮੰਗ ਲਿਆ, ਉਹਦੇ ਕੋਲ ਸਭ ਕੁਝ ਆ ਗਿਆ। ਜਿਹਨੇ ਪਰਮਾਤਮਾ ਨਹੀਂ ਮੰਗਿਆ, ਦਾਤਾਂ ਵਿੱਚ ਉਲਝ ਗਿਆ। ਹਮਾਰਾ ਕਹਿੰਦੇ ਨੇ ਮਨ ਮਾਇਆ ਮੈਂ ਫਾਦ ਰਹਿਓ, ਵਿਸਰਿਓ ਗੋਬਿੰਦ ਨਾਮ। ਉਸ ਪਰਮਾਤਮਾ ਨੂੰ ਤੇ ਭੁਲਾਈ ਦਿੱਤਾ, ਮਾਇਆ ਵਿੱਚ ਹੀ ਖਚਤ ਰਿਹਾ। ਕਹੋ ਨਾਨਕ ਵਿਣ ਹਰ ਭਜਨ, ਪਰਮਾਤਮਾ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ ਜੀਵਨ ਕੌਣੇ ਕਾਮ। ਜੀਵਨ ਕਿਹੜੇ ਕੰਮ ਦਾ? ਕਿਸੇ ਕੰਮ ਦਾ ਨਹੀਂ। ਇਨਸਾਨੀ ਜੀਵਨ ਪਰਮਾਤਮਾ ਤੋਂ ਬਿਨਾਂ ਕਿਸੇ ਕੰਮੇ ਨਹੀਂ। 31 ਨੰਬਰ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਨੇ ਪ੍ਰਾਨੀ ਐ ਬੰਦੇ ਰਾਮ ਨਾ ਚੇਤੇ, ਤੂੰ ਰਾਮ ਨੂੰ ਚੇਤੇ ਕਿਉਂ ਨਹੀਂ ਕਰਦਾ? ਕਿਉਂ ਨਹੀਂ ਉਹਨੂੰ ਯਾਦ ਕਰਦਾ? ਉਸ ਪਰਮਾਤਮਾ ਨੂੰ ਧਿਆਉਂਦਾ ਕਿਉਂ ਨਹੀਂ? ਮਦ ਮਾਇਆ ਕੇ ਅੰਧ ਤੇ ਦੁਨੀਆ ਨੂੰ ਨਸ਼ਾ ਹੁੰਦਾ, ਕਿਸੇ ਨੂੰ ਸ਼ਰਾਬ ਦਾ, ਅਲਕੋਹਲ ਦਾ ਨਸ਼ਾ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਬੰਦਿਆ ਤੈਨੂੰ ਤੇ ਮਾਇਆ ਦਾ ਨਸ਼ਾ ਚੜਿਆ ਹੈ। ਅਸਲ ਇਹ ਨਸ਼ਾ ਬੜਾ ਭੈੜਾ ਹੈ। ਸ਼ਰਾਬ ਦਾ ਨਸ਼ਾ ਰਾਤੀ ਪੀਤਾ ਤੇ ਸਵੇਰ ਉਤਰ ਜਾਂਦਾ ਹੈ, ਮਾਇਆ ਦਾ ਨਸ਼ਾ ਸਾਰੀ ਉਮਰ ਨਹੀਂ ਉਤਰਦਾ। ਇੱਦਾਂ ਦੇ ਨਸ਼ੇ ਜਿਹੜੇ ਬਾਹਰੀ ਤੌਰ ਤੇ ਵੇਖਦੇ ਵੀ ਨਹੀਂ, ਸ਼ਰਾਬ ਪੀਤੀ ਹੋਈ ਹੈ, ਅਲਕੋਹਲ ਪੀਤਾ ਹੋਇਆ ਤੇ ਪਤਾ ਵੀ ਲੱਗ ਜਾਂਦਾ ਬੰਦੇ ਦਾ ਪੈਰ ਨਹੀਂ ਰੁਕਦੇ ਪਏ। ਮਾਇਆ ਦਾ ਨਸ਼ਾ ਚੜ ਗਿਆ ਬੰਦੇ ਨੂੰ, ਆਪਣੇ ਆਪ ਨੂੰ ਪਤਾ ਨਹੀਂ ਲੱਗਦਾ, ਸਾਰੀ ਉਮਰ ਬੰਦਾ ਗਵਾ ਰਹਿੰਦਾ ਹੈ। ਮਹਾਰਾਜ ਕਹਿੰਦੇ ਬੰਦਿਆ ਰਾਮ ਨੂੰ ਚੇਤੇ ਨਹੀਂ ਕਰਦਾ, ਮਾਇਆ ਦੇ ਨਸ਼ੇ ਵਿੱਚ ਖਚਤ ਹੋਇਆ ਪਿਆ। ਪ੍ਰਾਨੀ ਰਾਮ ਨਾ ਚੇਤਈ, ਮਦ ਮਾਇਆ ਕੇ ਅੰਧ, ਕਹੋ ਨਾਨਕ ਹਰ ਭਜਨ ਵਿਣ ਪਰਤ ਤਾਹੇ ਜਮ ਪੰਧ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬੰਦਿਆ ਚੇਤੇ ਰੱਖੀ, ਪਰਮਾਤਮਾ ਤੋਂ ਬਿਨਾਂ ਸਾਰੀਆਂ ਫਾਹੀਆਂ ਨੇ ਜੋ ਤੈਨੂੰ ਸਾਰੇ ਪਾਸਿਓਂ ਘੇਰੀ ਰੱਖਦੀਆਂ। ਤੇਰੇ ਗਲ ਵਿੱਚ ਜਮਾਂ ਦਾ ਫੰਦ ਪੈਂਦਾ ਹੈ, ਫਾਹੀ ਪੈਂਦੀ ਹੈ। 32 ਨੰਬਰ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਨੇ ਸੁਖ ਮੈਂ ਬਹੁਤ ਸੰਗੀ ਪਏ। ਹੁਣ ਆਹ ਦੋਨੇ ਸ਼ਲੋਕਾਂ ਨੂੰ ਫਿਰ ਵੇਖ ਜਾਇਓ। ਬੰਦਾ ਮਾਇਆ 'ਚ ਖਚਤ ਰਿਹਾ, ਪਰਮਾਤਮਾ ਨੂੰ ਚੇਤੇ ਨਾ ਕੀਤਾ, ਮਾਇਆ ਦੇ ਨਸ਼ੇ 'ਚ ਡੁੱਬਿਆ ਰਿਹਾ, ਉਹਦੇ ਨਾਮ ਨੂੰ ਭੁਲਾਤਾ। ਫਿਰ ਜਿਨ੍ਹਾਂ ਨੂੰ ਤੂੰ ਸਾਥੀ ਮੰਨਦਾ ਸੀ ਵੀ ਆਹ ਮੇਰਾ ਮਿੱਤਰ ਹੈ, ਆਹ ਮੇਰਾ ਸਾਥੀ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਨਾਂ ਦੇ ਵਿੱਚੋਂ ਕਿਸੇ ਨੇ ਤੇਰਾ ਸਾਥ ਨਾ ਦਿੱਤਾ। ਜਦੋਂ ਤੇਰੇ ਕੋਲੇ ਸੁੱਖ ਸੀ, ਜਦੋਂ ਤੇਰੇ ਕੋਲ ਐਸ਼ੋ ਆਰਾਮ ਦੀ ਜ਼ਿੰਦਗੀ ਸੀ, ਜਦੋਂ ਤੇਰੇ ਕੋਲ 4 ਟਕੇ ਸੀ, ਉਦੋਂ ਤੇ ਸਭ ਨੇ ਕਿਹਾ ਵੀ ਵਾਹ ਵੀ ਵਾਹ, ਫਲਾਨਾ ਜਿਹੜਾ ਆ ਬੰਦਾ ਹੈ ਨਾ, ਇਹਦੇ ਕੋਲ ਧਨ ਬੜਾ ਹੈ, ਸਾਡਾ ਆਪਣਾ ਹੈ, ਆ ਸਾਡਾ ਹੈ, ਆ MLA, ਆ MP, ਆ ਪ੍ਰਧਾਨ ਮੰਤਰੀ, ਆ ਸਾਡਾ ਹੈ। ਆਪਣਾ ਆਪਣਾ ਕਹਿੰਦੇ ਰਹੇ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਦੋਂ ਦੁੱਖ ਆਇਆ, ਜਦੋਂ ਇਨਸਾਨ ਕੋਲ ਭੁੱਖ ਆਈ, ਜਦੋਂ ਇਨਸਾਨ ਕੋਲ ਦੌਲਤ ਨਾ ਹੋਈ, ਤੇ ਉਦੋਂ ਕਿਸੇ ਨੇ ਵੀ ਆ ਕੇ ਪਤਾ ਵੀ ਨਾ ਲਿਆ। ਜਿਵੇਂ ਇੱਕ ਵਿਦਵਾਨ ਦੇ ਬੜੇ ਸੋਹਣੇ ਬੋਲ ਸੀ, ਉਹ ਕਹਿੰਦੇ ਬੰਦੇ ਦਾ ਨਾਮ ਨਹੀਂ, ਅਸਲ ਵਿੱਚ ਮਾਇਆ ਦੇ ਨਾਮ ਨੇ। ਬੰਦੇ ਨੂੰ ਪੁਕਾਰਿਆ ਜਾਂਦਾ ਨਾ ਸਰਦਾਰ ਫਲਾਣਾ ਅਸਿਆਂ, ਕਈਆਂ ਨੂੰ ਤੇ ਬੜੇ ਸਤਿਕਾਰ ਨੇ, ਇੱਦਾਂ ਸਰਦਾਰ ਬਹਾਦਰ ਜਰਨੈਲ ਸਿੰਘ ਜੀ ਫਲਾਨਾ ਫਲਾਨਾ, ਬੜਾ ਕੁਝ ਕੀਤਾ ਜਾਂਦਾ। ਪਰ ਮਹਾਰਾਜ ਵਿਦਵਾਨ ਕਹਿੰਦਾ ਬੰਦਿਆ ਇਹ ਤੇਰੇ ਨਾਂ ਨਹੀਂ, ਤੇਰੇ ਧਨ ਦੇ ਨਾਮ ਹੈ। ਜਦੋਂ ਤੇਰੇ ਕੋਲ ਪੈਸਾ ਹੋਇਆ, ਮੰਨ ਲਓ ਕਿਸੇ ਦਾ ਨਾਮ ਜਰਨੈਲ ਸਿੰਘ ਹੈ, ਤੇ ਉਹਨੂੰ ਜਿਹਦੇ ਕੋਲ ਥੋੜ੍ਹਾ ਬਹੁਤ ਧਨ ਹੋਇਆ, ਪੈਸਾ ਹੋਇਆ, ਉਹਨੂੰ ਸਰਦਾਰ ਬਹਾਦਰ ਜਰਨੈਲ ਸਿੰਘ ਫਲਾਨਾ ਬੜਾ ਕੁਝ ਕਿਹਾ ਜਾਂਦਾ ਹੈ। ਬੰਦੇ ਕੋਲ ਥੋੜ੍ਹਾ ਜਿਹਾ ਧਨ ਘੱਟ ਹੈ ਤੇ ਫਿਰ ਬੰਦੇ ਨੂੰ ਆਮ ਜੀ ਭਾਸ਼ਾ 'ਚ ਜਰਨੈਲ ਸਿੰਘ, ਬਸ ਨੋਰਮਲ ਜੀ ਗੱਲ। ਜੇ ਬੰਦਾ ਗਰੀਬ ਹੈ, ਨਾਮ ਜਰਨੈਲ ਸਿੰਘ ਹੈ, ਤੇ ਉਹਦਾ ਨਾਮ ਪਤਾ ਕਿਵੇਂ ਲਿਆ ਜਾਂਦਾ ਹੈ? ਸਾਡੇ ਲੋਕ ਆਖਣਗੇ ਜੈਲਾ ਜੈਲਾ, ਇੱਦਾਂ ਦਾ ਨਾਮ ਲਿਆ ਜਾਂਦਾ ਹੈ। ਵਿਦਵਾਨ ਨੇ ਕਿਹਾ ਨਾ ਮਾਇਆ ਤੇਰੇ 3 ਨਾਮ, ਪਰਸੂ ਪਰਸਾ ਪਰਸਰਾਮ। ਇਹ ਬੰਦੇ ਤੇਰੇ ਨਾਂ ਨਹੀਂ, ਅਸਲ 'ਚ ਤੇਰੀ ਮਾਇਆ ਨੂੰ, ਚੜ੍ਹਦੇ ਨੂੰ ਸਲਾਮਾਂ, ਜਿਵੇਂ ਆਪਣੇ ਲੋਕੀ ਪੰਜਾਬੀ 'ਚ ਕਹਿੰਦੇ ਆ, ਚੜ੍ਹਦੇ ਨੂੰ ਸਲਾਮਾਂ ਕੀਤੀਆਂ ਜਾਂਦੀਆਂ। ਸੋ ਇੱਥੇ ਪਾਤਸ਼ਾਹ ਕਹਿੰਦੇ ਨੇ ਸੁੱਖ ਮੈਂ ਬਹੁਤ ਸੰਗੀ ਪਏ। ਸੁੱਖ ਦੇ ਵੇਲੇ ਤੇਰੇ ਸੰਗੀ ਸਾਥੀ ਬਹੁਤ ਨੇ, ਪਰ ਦੁੱਖ ਮੈਂ ਸੰਗ ਨਾ ਕੋਏ। ਮੈਂ ਇੱਕੋ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ, ਸੰਗਤ ਜੀ ਅਸੀਂ ਗਿਣਤੀ ਕਰਦੇ ਹਾਂ ਆਹ ਸਾਡਾ ਆਪਣਾ ਹੈ। ਜਦੋਂ ਸਾਡੇ ਕੋਲ ਸੁੱਖ ਹੁੰਦਾ ਹੈ ਨਾ, ਅਸੀਂ ਗਿਣਤੀ ਕਰਦੇ ਹਾਂ ਆਹ ਸਾਡਾ ਆਪਣਾ ਹੈ, ਆਹ ਮੇਰਾ ਰਿਸ਼ਤੇਦਾਰ, ਆਹ ਮੇਰਾ ਫਲਾਣਾ, ਆਹ ਮੇਰਾ ਆਪਣਾ। ਕਦੇ ਵੀ ਗਿਣਤੀ ਕਰੋ ਆਪਣਿਆਂ ਦੀ, ਸੁੱਖ ਦੇ ਵੇਲੇ ਨਾ ਕਰੋ। ਪਰਮਾਤਮਾ ਦੁੱਖ ਦੀ ਐਸੀ ਕਸਵੱਟੀ ਲਾਉਂਦਾ ਜਦੋਂ ਕੱਚੇ ਪਿੱਲੇ ਸਾਰੇ ਝੜ ਜਾਂਦੇ ਹੈ। ਦੁੱਖ ਦੇ ਵੇਲੇ ਫਿਰ ਕਈ ਵਾਰ ਕੋਈ ਪਤਾ ਲੈਣ ਵੀ ਨਹੀਂ ਆਉਂਦਾ, ਪੁੱਛਦਾ ਵੀ ਨਹੀਂ ਵੀ ਕਿੱਥੇ ਵਸਣਾ ਭਾਈ। ਮਹਾਰਾਜ ਕਹਿੰਦੇ ਨੇ ਭਾਈ ਚੇਤੇ ਰੱਖੀ, ਸੁੱਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਪਰ ਤੈਨੂੰ ਇੱਕ ਮਿੱਤਰ ਐਸਾ ਦੱਸਦੇ ਹਾਂ, ਕਹੋ ਨਾਨਕ ਹਰ ਭਜਮਨਾ
ਅੰਤ ਸਹਾਈ ਹੋਏ। ਉਸ ਪਰਮਾਤਮਾ ਨੂੰ ਜਪ ਜਿਹੜਾ ਅੰਤ ਵੇਲੇ ਵੀ ਤੇਰੀ ਸਹਾਇਤਾ ਕਰੇਗਾ। ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹ ਪਰਮਾਤਮਾ ਸਾਥੀ ਐਸਾ ਹੈ ਜਿਹੜਾ ਸਦਾ ਬੰਦੇ ਦੇ ਨਾਲ ਨਿਭਦਾ ਹੈ। ਇਹ ਪਾਤਸ਼ਾਹ ਨੇ ਬਖਸ਼ਿਸ਼ ਕੀਤੀ 30, 31 ਤੇ 32 ਨੰਬਰ ਸ਼ਲੋਕ ਵਿੱਚ ਅੱਜ ਸਾਨੂੰ ਸਮਝਾਉਣਾ ਕੀਤਾ। ਮੈਂ ਫਿਰ ਦੁਹਰਾ ਦਿੰਨੇ ਤਿੰਨੇ ਸ਼ਬਦ। ਮਹਾਰਾਜ ਕਹਿੰਦੇ ਨੇ, ਮਨ ਮਾਇਆ ਮੈਂ ਫਦ ਰਹਿਓ ਵਿਸਰਿਓ ਗੋਬਿੰਦ ਨਾਮ। ਬੰਦਿਆ ਮਾਇਆ ਵਿੱਚ ਖਚਤ ਰਿਹਾ, ਗੋਬਿੰਦ ਦੇ ਨਾਮ ਨੂੰ ਭੁਲਾਤਾ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ। ਪਰਮਾਤਮਾ ਦੇ ਭਜਨ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਨਹੀਂ। ਪ੍ਰਾਨੀ ਰਾਮ ਨਾ ਚੇਤੇ ਮਦ ਮਾਇਆ ਕਹਿ। ਬੰਦਿਆ ਰਾਮ ਨੂੰ ਚੇਤੇ ਨਹੀਂ ਕਰਦਾ, ਮਾਇਆ ਦੇ ਨਸ਼ੇ ਵਿੱਚ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਭਜਨ ਤੋਂ ਬਿਨਾਂ ਅਸਲ ਵਿੱਚ ਗਲਾਂ ਵਿੱਚ ਫਾਈਆਂ ਰਹਿੰਦੀਆਂ। ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਗੁਰੂ ਪਾਤਸ਼ਾਹ ਮਿਹਰ ਕਰਨ। ਸੁੱਖਾਂ ਦੇ ਵੇਲੇ ਸਾਥੀ ਸਾਰੇ ਨੇ, ਦੁੱਖਾਂ ਵੇਲੇ ਕੋਈ ਬਾਤ ਨਹੀਂ ਪੁੱਛਦਾ। ਇੱਕੋ ਇੱਕ ਸਾਥੀ ਪਰਮਾਤਮਾ ਨੂੰ ਮਿੱਤਰ ਮੰਨੀਏ, ਜਿਹੜਾ ਅੰਤ ਵੇਲੇ ਤੱਕ ਸਾਡੀ ਸਹਾਇਤਾ ਕਰਦਾ ਹੈ। ਆਓ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬੜੇ ਪਿਆਰ ਨਾਲ ਸਤਿਕਾਰ ਨਾਲ ਭਾਵਨਾ ਸਹਿਤ ਸ਼ਰਵਣ ਕਰਦੇ ਹੋ। ਗੁਰਬਾਣੀ ਦੀਆਂ ਗੱਲਾਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਪੜ੍ਹਦਿਆਂ ਵਿਚਾਰਦਿਆਂ। ਮੈਂ ਕੋਈ ਵਿਦਵਾਨ ਨਹੀਂ ਹਾਂ, ਪਰ ਜਿੰਨੀ ਕੁ ਸਮਝ ਹੈ, ਜੇ ਸਭ ਪੜ੍ਹਦਿਆਂ ਵਿਚਾਰਦਿਆਂ ਜੇ ਭੁੱਲਾਂ ਹੋ ਜਾਂਦੀਆਂ, ਆਪ ਸੰਗਤ ਬੜੀ ਸੂਝਵਾਨ ਹੋ। ਇੱਕ ਤੋਂ ਇੱਕ ਚੜ੍ਹਨੀਆਂ ਸੰਗਤ ਵਿੱਚ ਹੁੰਦੀਆਂ ਨੇ, ਪਰ ਸਤਿਗੁਰੂ ਪਾਤਸ਼ਾਹ ਮਿਹਰ ਕਰਨ। ਜਿੰਨਾ ਵੀ ਆਪ ਸੰਗਤਾਂ ਨੇ ਕਿਰਪਾ ਬਖਸ਼ਿਸ਼, ਗੁਰੂ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼ ਸਦਕਾ ਜਿੰਨਾ ਵਿਚਾਰਿਆ, ਤਮਾਮ ਭੁੱਲਾਂ ਦੀ ਖਿਮਾ। ਸਭ ਸੰਗਤਾਂ ਦਾ ਧੰਨਵਾਦ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਦਾ ਧੰਨਵਾਦ, ਜਿਹੜੇ ਆਪ ਸੰਗਤਾਂ ਦੇ ਰੂਬਰੂ ਕਰਦੇ ਆ, ਤਿਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।